ਤਿਉਹਾਰ ਨਹੀਂ ਮਨਾਏ ਜਾਂਦੇ। ਉਹਦਾ ਕੁਝ ਸਿੱਟਾ ਹੁੰਦਾ ਹੈ, ਕੋਈ ਕਾਰਨ ਹੁੰਦਾ ਹੈ ਜਿਸ ਕਰਕੇ ਉਹ ਤਿਉਹਾਰ ਮਨਾਇਆ ਜਾਂਦਾ ਹੈ। ਪਹਿਲਾਂ ਮੈਂ ਕਲਾਂ ਦੀਵਾਲੀ ਦੀ ਗੱਲ, ਜੇ ਹਿੰਦੂ ਧਰਮ ਦੇ ਵਿੱਚ ਦੀਵਾਲੀ ਮਨਾਈ ਜਾਂਦੀ ਹੈ, ਦੀਵਾਲੀ ਸ਼ਬਦ ਵਰਤਿਆ ਜਾਂਦਾ ਉਹਨਾਂ ਦੇ ਹੈ, ਜਦੋਂ ਸ਼੍ਰੀ ਰਾਮਚੰਦਰ ਜੀ ਰਾਵਣ ਦਾ ਵੱਧ ਕਰਕੇ ਉਸ ਨੂੰ ਖਤਮ ਕਰਕੇ ਜੋ ਪਿੱਛੇ ਦੁਸ਼ਹਿਰਾ ਹੈ, ਦੁਸ਼ਹਿਰੇ ਵਾਲੇ ਦਿਨ ਰਾਵਣ ਨੂੰ ਫੂਕਿਆ ਜਾਂਦਾ ਤੇ ਉਸ ਤੋਂ ਆਂਦੇ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਜੋ ਕਿ ਸ਼੍ਰੀ ਰਾਮਚੰਦਰ ਜੀ ਨੇ ਰਾਵਣ ਦਾ ਵੱਧ ਕਰਕੇ ਉਸ ਨੂੰ ਖਤਮ ਕਰਕੇ ਉਸ ਤੋਂ ਬਾਅਦ 14 ਸਾਲ ਦਾ ਬਨਵਾਸ ਕੱਟ ਕਰਕੇ ਵਾਪਸ ਆਪਣੇ ਅਯੁੱਧਿਆ ਵਾਪਸ ਪਹੁੰਚੇ ਨਾ, ਤੇ ਜਿਹੜੇ ਅਯੁੱਧਿਆ ਲੋਕ ਸਨ ਉਹਨਾਂ ਦੇ ਪੂਜਨੀਏ ਸਨ, ਉਹਨਾਂ ਦੇ ਸਤਿਕਾਰਯੋਗ ਸਨ। ਉਹਨਾਂ ਦੇ ਸੀਤਾ ਮਾਤਾ ਸ੍ਰੀ ਰਾਮਚੰਦਰ ਤੇ ਲక్ష్మణ ਜੀ ਆਉਣ ਦਾ ਸਵਾਗਤ ਕਰਦਿਆਂ ਹੋਇਆਂ ਉਹਨਾਂ ਨੇ ਸਾਰੇ ਹੀ ਨਗਰ ਦੇ ਵਿੱਚ, ਸਾਰੇ ਬਾਜ਼ਾਰਾਂ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਘਿਓ ਦੇ ਦੀਵੇ ਜਗਾਏ, ਦੀਵਾਲੀ ਮਨਾਈ, ਪ੍ਰਕਾਸ਼ਿਤ ਕੀਤਾ ਗਿਆ। ਬੜੀਆਂ ਜ਼ਿਆਦੀਆਂ ਖੁਸ਼ੀਆਂ, ਬੜੀਆਂ ਜ਼ਿਆਦੀਆਂ ਆਸ਼ਤਬਾਜ਼ੀਆਂ ਚਲਾਈਆਂ ਗਈਆਂ ਉਹਨਾਂ ਲੋਕਾਂ ਨੇ। ਇਹ ਦਿਨ ਨੂੰ ਫਿਰ ਇੱਕ ਦਿਨ ਮਿੱਥ ਦੇਣਾ ਕੀਤਾ ਕਿ ਜਿੱਦਣ ਸ਼੍ਰੀ ਰਾਮਚੰਦਰ ਜੀ ਆਉਂਦੇ ਨੇ ਉਹਦਨੇ ਬੜਾ ਹੀ ਦੀਪਵਾਲੀ ਭਾਵ ਕੇ ਦੀਵੇ ਜਗਾ ਕਰਕੇ ਖੁਸ਼ੀ ਮਨਾਉਂਦੇ ਨੇ ਕਿ ਸ਼੍ਰੀ ਰਾਮਚੰਦਰ ਜੀ ਬਨਵਾਸ ਤੋਂ ਵਾਪਸ ਆਏ ਨੇ। ਧੰਨ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਜੋ ਬੰਦੀ ਛੋੜ ਦਿਵਸ ਤਿੰਨਾਂ ਦੇ ਨਾਲ ਮਨਾਇਆ ਜਾਂਦਾ ਹੈ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਜਦੋਂ ਸ਼ਹੀਦੀ ਹੁੰਦੀ ਹੈ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਬੜਾ ਜ਼ਿਆਦਾ ਰੋਸ ਆਉਂਦਾ। ਸਿੱਖ ਸੰਗਤਾਂ ਕਹਿੰਦੀਆਂ ਨੇ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਬੈਠ ਕਰਕੇ ਚੌਂਕੜਾ ਲਾ ਕਰਕੇ ਬੰਦਗੀ ਕਰਦੇ ਨੇ, ਮਾਲਾ ਫੇਰਦੇ ਨੇ, ਕਦੇ ਕਿਸੇ ਨਾਲ ਕੋਈ ਝਗੜਾ ਨਹੀਂ, ਵੈਰ ਨਹੀਂ, ਕੋਈ ਜੰਗ ਨਹੀਂ, ਕੋਈ ਯੁੱਧ ਨਹੀਂ। ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਇਹਨਾਂ ਨੇ ਚੰਦੂ ਨੇ ਮਿਲ ਕਰਕੇ, ਬਾਬਾ ਪ੍ਰਿਥੀ ਚੰਦ ਨੇ ਮਿਲ ਕਰਕੇ, ਜਹਾਂਗੀਰ ਬਾਦਸ਼ਾਹ ਹੋਰ ਮੁਲਾਣਿਆਂ ਮੁਸਲਮਾਨਾਂ ਕਾਜ਼ੀਆਂ ਨੇ ਮਿਲ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਕਰਵਾਉਂਦੇ ਆ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀਆਂ ਦੇ ਵਚਨਾਂ ਦੇ ਨਾਲ ਧੰਨ ਮਾਤਾ ਗੰਗਾ ਜੀ ਦੀ ਕੁੱਖ ਨੂੰ ਭਾਗ ਲਾਉਂਦੇ ਆ ਨਾ, ਜਦੋਂ ਆਣ ਕਰਕੇ ਉਹਨਾਂ ਨੂੰ ਮਿਹਣਾ ਵੱਜਦਾ ਹੈ ਨਾ ਕਿ ਇਹਦਾ ਬਾਂਝ ਹੈ, ਇਸ ਦੇ ਘਰ ਕੋਈ ਔਲਾਦ ਨਹੀਂ, ਜੇ ਗੁਰਤਾ ਗੱਦੀ ਪ੍ਰਿਥੀ ਚੰਦ ਨੂੰ ਨਹੀਂ ਮਿਲੀ ਇਹਦੇ ਪੁੱਤਰ ਮਿਹਰਬਾਨ ਨੂੰ ਮਿਲ ਜਾਵੇਗੀ। ਤੇ ਜਦੋਂ ਆਵਾਜ਼ ਮਾਤਾ ਗੰਗਾ ਜੀ ਦੇ ਕੰਨਾਂ ਵਿੱਚ ਪੈਂਦੀ ਹੈ ਤੇ ਉਹ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਹਿੰਦੇ ਹੈ ਕਿ ਸ਼ਰੀਕ ਮਿਹਣੇ ਮਾਰਦੇ ਨੇ, ਕਹਿੰਦੇ ਨੇ ਇਹ ਤਾਂ ਬਾਂਝ ਹੈ, ਇਹਦੇ ਕਿਹੜਾ ਘਰ ਦੇ ਵਿੱਚ ਪੁੱਤਰ ਹੈ, ਗੱਦੀ ਦਾ ਜੇ ਉਹਨੂੰ ਨਹੀਂ ਮਿਲੀ ਪ੍ਰਿਥੀ ਚੰਦ ਨੂੰ ਤੇ ਉਹਦੇ ਪੁੱਤਰ ਨੂੰ ਮਿਲ ਜਾਵੇਗੀ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਗੁਰੂ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਨਾਲ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜੇ ਪੁੱਤਰ ਦੀ ਦਾਤ ਚਾਹੀਦੀ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਸ਼ਰਨ ਵਿੱਚ ਜਾਓ। ਉਹ ਆਪਾਂ ਸਾਰਾ ਇਤਿਹਾਸ ਪਤਾ ਹੈ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਕਰਕੇ ਬਾਬਾ ਬੁੱਢਾ ਸਾਹਿਬ ਜੀ ਜਾਂਦੇ, ਜੋ ਬਾਬਾ ਬੁੱਢਾ ਸਾਹਿਬ ਜੀ ਬਚਨ ਕਰਦੇ ਨੇ ਜੋ ਇਤਿਹਾਸ ਦੇ ਨਾਲ ਜੁੜਿਆ। ਬਾਬਾ ਬੁੱਢਾ ਸਾਹਿਬ ਜੀ ਜਦੋਂ ਮਾਤਾ ਗੰਗਾ ਜੀ ਨੂੰ ਬਚਨ ਕਰਦੇ ਆ ਨਾ ਕਿ ਤੇਰੀ ਕੁੱਖ ਦੇ ਵਿੱਚ ਐਸਾ ਸੂਰਬੀਰ ਯੋਧਾ ਮਹਾਬਲੀ ਜਨਮ ਲਵੇਗਾ, ਜਿਹੜਾ ਕਿ ਵੈਰੀਆਂ ਦੇ ਦੰਦ ਕੱਟੇ ਕਰੇਗਾ, ਉਹਨਾਂ ਦੇ ਸਿਰ ਭੰਨੇਗਾ ਜਿੱਦਾਂ ਮੈਂ ਗੰਡਾ ਭੰਨਿਆ, ਉਦਾਂ ਹੀ ਇਹਨਾਂ ਵੈਰੀਆਂ ਦਾ ਖਾਤਮਾ ਕਰੇਗਾ, ਉਹਨਾਂ ਨੂੰ ਦੁਨੀਆ ਦੇ ਵਿੱਚ ਜੀਵਨ ਦੇ ਵਿੱਚ ਖਤਮ ਕਰ ਦੇਵੇਗਾ। ਤੇ ਜਿੱਥੇ ਵੈਰੀਆਂ ਦਾ ਨਾਸ਼ ਕਰਨ ਵਾਸਤੇ ਆਵੇਗਾ ਉੱਥੇ ਭਗਤਾਂ ਨੂੰ ਬੰਧਨਾਂ ਤੋਂ ਤੋੜਨ ਵਾਸਤੇ ਵੀ ਆਵੇਗਾ। ਜਿੱਦਾਂ ਵੀ ਕੋਈ ਬੰਧਨ ਦੇ ਵਿੱਚ ਪਿਆ ਹੋਊਗਾ, ਸੰਕਟਾਂ ਦੇ ਵਿੱਚ ਪਿਆ ਹੋਊਗਾ, ਜੇਲ੍ਹ ਦੇ ਵਿੱਚ ਪਿਆ ਹੋਊਗਾ, ਕਿਲਿਆਂ ਦੇ ਵਿੱਚ ਬੰਦ ਹੋਣਗੇ, ਉਹਨਾਂ ਨੂੰ ਵੀ ਰਿਹਾਇਤ ਕਰਨ ਵਾਲਾ ਹੋਵੇਗਾ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਵਡਾਲੀ ਸਾਹਿਬ, ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਗਏ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ।
ਤੇ ਫਿਰ ਕੁਝ ਸਮਾਂ ਬੀਤਦਾ ਹੈ ਤੇ ਆਂਦੇ ਆ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ 9 ਸਾਲ ਦੀ ਉਮਰ ਦੇ ਵਿੱਚ ਹੁੰਦੇ ਨੇ ਤੇ ਇਧਰ ਜਿਹੜੇ ਮੁਗਲੀਏ ਸਲਤਨਤ ਦੇ ਬਾਦਸ਼ਾਹ ਹੈ ਜਹਾਂਗੀਰ, ਇਹਦਾ ਦੀਵਾਨ ਚੰਦੂ, ਜਿਸ ਚੰਦੂ ਦੀ ਧੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਦਿੱਲੀ ਦੀ ਸੰਗਤ ਕਹਿਣ ਤੇ ਮੋੜ ਦਿੱਤਾ ਸੀ, ਕਿਉਂਕਿ ਇਹ ਕਹਿੰਦਾ ਸੀ ਕਿ ਮੈਂ ਆਪਣੇ ਚਬਾਰੇ ਦੀ ਇੱਟ ਇਹਨਾਂ ਦੀ ਮੋਰੀ ਨੂੰ ਲਾ ਆ, ਭਾਵ ਆਪਣਾ ਘਰ ਵੱਡਾ ਕਹਿੰਦਾ ਸੀ ਕਿ ਗੁਰੂ ਨਾਨਕ ਦਾ ਘਰ ਛੋਟਾ। ਤੇ ਸੰਗਤਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਰਿਸ਼ਤਾ ਉੱਥੇ ਜੋੜਨਾ ਚਾਹੀਦਾ ਜਿਹੜਾ ਗੁਰੂ ਘਰ ਦਾ ਸ਼ਰਧਾਵਾਨ ਹੋਵੇ, ਸਿੱਖ ਹੋਵੇ, ਪ੍ਰੇਮੀ ਹੋਵੇ। ਤੁਸੀਂ ਇੱਕ ਹੰਕਾਰੀ ਦੇ ਨਾਲ ਰਿਸ਼ਤਾ ਜੋੜ ਰਿਹਾ। ਮਹਾਰਾਜ ਕਹਿੰਦੇ ਸੰਗਤ ਜਿੱਦਾਂ ਹੁਕਮ ਲਾਵੇਗੀ ਅਸੀਂ ਉਦਾਂ ਕਰ ਦੇਵਾਂਗੇ, ਤੁਸੀਂ ਦੱਸੋ ਕੀ ਚਾਹੁੰਦੇ ਜੇ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਹਿ ਕਰਕੇ ਆਂਦੇ ਸੰਗਤਾਂ ਨੇ ਜਦੋਂ ਕਿਹਾ ਤੇ ਰਿਸ਼ਤਾ ਮਨਾ ਕਰ ਦਿੱਤਾ ਕਿ ਹੁਣ ਜਿਸ ਦੀ ਧੀ ਦਾ ਰਿਸ਼ਤਾ ਮੁੜ ਜਾਵੇ ਤੇ ਉਸ ਬਾਪ ਨੂੰ ਦੁੱਖ ਤਾਂ ਲੱਗਦਾ ਤੇ ਦੁੱਖ ਦੇ ਕਾਰਨ ਆਦਾ ਹੀ ਬਣਿਆ ਹੈ, ਹੋਰ ਕੋਈ ਨਾ ਥੋੜੀ ਨਾ। ਹੰਕਾਰ ਕਿਉਂ ਕਰਦਾ ਹੈ, ਮਾਨ ਕਿਉਂ ਕਰਦਾ ਹੈ, ਆਪਣੇ ਘਰ ਨੂੰ ਕਿਉਂ ਵੱਡਾ ਦੱਸਦਾ ਹੈ। ਸਭ ਤੋਂ ਵੱਡਾ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਘਰ ਹੈ, ਸਭ ਤੋਂ ਵੱਡਾ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਘਰ ਤੋਂ ਵੱਡਾ ਕੋਈ ਘਰ ਨਹੀਂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਘਰ ਤੋਂ ਵੱਡਾ ਕੋਈ ਦਰ ਨਹੀਂ ਹੈ, ਕੋਈ ਘਰ ਨਹੀਂ ਹੈ। ਤੇ ਪਾਰੇ ਚੰਦੂ ਕਹਿੰਦਾ ਹੈ ਮੇਰਾ ਘਰ ਵੱਡਾ ਹੈ। ਪਾਰੇ ਦਾ ਹੰਕਾਰੀ ਦਾ ਹੰਕਾਰ ਪੰਨਣ ਵਾਸਤੇ ਗੁਰੂ ਮਹਾਰਾਜ ਨੇ ਰਿਸ਼ਤਾ ਮੋੜਿਆ। ਇਹ ਬਣ ਗਿਆ ਗੁਰੂ ਪਾਤਸ਼ਾਹ ਜੀ ਦਾ ਵੈਰੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ। ਤੇ ਦੂਸਰਾ ਵੈਰੀ ਹੈ ਬਾਬਾ ਪ੍ਰਿਥੀ ਚੰਦ, ਜੋ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਵੱਡਾ ਭਰਾ ਹੈ। ਉਹ ਵੈਰੀ ਕਿਉਂ ਕਰਦਾ ਹੈ, ਉਹ ਕਹਿੰਦਾ ਗੱਦੀ ਮੈਨੂੰ ਮਿਲਣੀ ਚਾਹੀਦੀ ਸੀ, ਪੂਜਾ ਮੇਰੀ ਹੋਣੀ ਚਾਹੀਦੀ ਸੀ, ਦੁਨੀਆ ਦੇ ਵਿੱਚ ਵਡਿਆਈ ਮੇਰੀ ਹੋਣੀ ਚਾਹੀਦੀ ਸੀ। ਇੱਥੇ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਹੜੇ ਕਿ ਮੇਰਾ ਛੋਟਾ ਭਰਾ ਹੈ ਉਹ ਸਭ ਕੁਝ ਸਾਂਭੀ ਫਿਰਦਾ ਹੈ। ਇਹਨੇ ਜਹਾਂਗੀਰ ਨੂੰ ਦਿੱਲੀ ਸ਼ਿਕਾਇਤ ਕਰ ਦਿੱਤੀ ਕਿ ਮੈਨੂੰ ਮੇਰੇ ਨਾਲ ਨਿਆਂ ਹੋਣਾ ਚਾਹੀਦਾ। ਫਿਰ ਉਥੋਂ ਚੜ੍ਹ ਕਰਕੇ ਸੁਲਹੀ ਵੀ ਆਇਆ, ਉਹਦਾ ਵੀ ਖਤਮਾ ਹੋ ਗਿਆ। ਜਿਹੜਾ ਸੁਲਹੀ ਚੜ੍ਹ ਕਰਕੇ ਆਇਆ, ਸੁਲਹੀ ਤੇ ਨਾਰਾਇਣ ਰਾਗ ਗੁਰੂ ਪਰਮੇਸ਼ਰ ਨੇ ਆਪ ਰੱਖਿਆ ਕੀਤੀ, ਭੱਠੇ ਦੇ ਵਿੱਚ ਸਰ ਕੇ ਆ ਮਰ ਗਿਆ। ਫਿਰ ਵੀ ਇਹਨਾਂ ਨੇ ਹਟੇ ਨਾ, ਟਲੇ ਨਾ। ਇਹਨਾਂ ਨੇ ਕਈ ਯਤਨ ਕੀਤੇ। ਲਾਹੌਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬੁਲਾਉਂਦੇ ਆ, ਉੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਈ ਪ੍ਰਕਾਰ ਦੇ ਤਸੀਹੇ ਦਿੱਤੇ ਜਾਂਦੇ ਆ। ਗੁਰੂ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਜਾਂਦਾ ਹੈ, ਉਬਲਦੀ ਦੇਗ ਵਿੱਚ ਬਿਠਾਇਆ ਜਾਂਦਾ ਹੈ, ਗਰਮ ਗਰਮ ਰੇਤਾ ਪਾ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਦੇ ਸਰੀਰ ਤੇ ਸੰਕਟ ਦਿੱਤੇ ਜਾ ਰਹੇ ਨੇ, ਦੁੱਖ ਦਿੱਤੇ ਜਾ ਰਹੇ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਮਾਂ ਜਾਣਿਆ, ਉਦੋਂ ਵੀ ਸਾਈਂ ਮੀਆਂ ਮੀਰ ਜੀ ਨੇ ਆਣ ਕਰਕੇ ਹੋਕਾ ਮਾਰਿਆ ਸੀ, ਆਵਾਜ਼ ਉਠਾਈ ਸੀ ਕਿ ਗਲਤ ਕਰ ਰਹੇ ਜੋ ਵੀ ਹੋ ਰਿਹਾ ਹੈ। ਉਹਨਾਂ ਨੇ ਕਿਹਾ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ, ਮਹਾਰਾਜ ਜੇ ਚਾਹੋ ਤੇ ਮੈਂ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ, ਇਹਨਾਂ ਜਹਾਂਗੀਰ ਵਰਗਿਆਂ ਨੂੰ ਖਤਮ ਕਰ ਦੇਵਾਂ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਜੀ ਇੰਨੀ ਸ਼ਕਤੀ ਵਰਤਾਉਣ ਦੀ ਲੋੜ ਨਹੀਂ, ਕਿਤੇ ਸਾਡੇ ਤੋਂ ਹੈ ਨਹੀਂ, ਇਹ ਤਾਂ ਮਿੱਠਾ ਲੱਗਾ ਤੇਰਾ ਭਾਣਾ। ਪਾਤਸ਼ਾਹ ਜੀ ਕਹਿੰਦੇ ਅਸੀਂ ਭਾਣੇ ਦੇ ਵਿੱਚ ਚੱਲ ਰਹੇ ਹਾਂ, ਕੱਲ ਨੂੰ ਅਸੀਂ ਇਤਿਹਾਸ ਦੇ ਪੂਰਨੇ ਪਾ ਰਹੇ ਹਾਂ, ਖੂਨ ਦੇ ਨਾਲ ਲਹੂ ਦੇ ਨਾਲ ਇਤਿਹਾਸ ਲਿਖ ਰਹੇ ਹਾਂ। ਤੇ ਕੱਲ ਨੂੰ ਸਿੱਖਾਂ ਤੇ ਸਾਡਿਆਂ ਤੇ ਕਿਤੇ ਸੰਕਟ ਆ ਜਾਵੇ, ਕਿਤੇ ਘਬਰਾ ਨਾ ਜਾਣ, ਕਿਤੇ ਦਰ ਛੱਡ ਕੇ ਕਿਤੇ ਹੋਰ ਦੇ ਨਾ ਹੋ ਜਾਣ, ਕਿਤੇ ਈਨ ਨਾ ਮੰਨ ਲੈਣ ਦੂਜੇ ਧਰਮਾਂ ਦੀ ਡਰਦੇ ਹੋਏ, ਮੌਤ ਤੋਂ ਡਰਦੇ ਹੋਏ। ਇਹ ਤਾਂ ਅਸੀਂ ਇਸ ਖੂਨ ਦੇ ਨਾਲ ਪੂਰਨੇ ਪਾ ਰਹੇ ਹਾਂ, ਇਤਿਹਾਸ ਲਿਖ ਰਹੇ ਹਾਂ। ਜਿਹੜਾ ਗੁਰੂ ਨਹੀਂ ਡੋਲਿਆ ਤੇ ਗੁਰੂ ਦੇ ਸਿੱਖ ਕਿੱਥੋਂ ਡੋਲ ਜਾਣਗੇ। ਇਹ ਗੁਰੂ ਪਾਤਸ਼ਾਹ ਨੇ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲ ਕਰਕੇ ਸਾਨੂੰ ਦਿਖਾਇਆ। ਰਹੋ ਵਿਚਾਰ ਸਤਿਗੁਰ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਹੁੰਦੀ ਹੈ। ਫਿਰ ਰਾਵੀ ਦਰਿਆ ਦੇ ਵਿੱਚ ਮਹਾਰਾਜ ਜੀ ਆਪਣਾ ਸਰੀਰ ਜਲ ਪ੍ਰਵਾਹ ਕਰ ਦਿੰਦੇ ਆ। ਉਸ ਤੋਂ ਬਾਅਦ ਫਿਰ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਗੁਰਤਾ ਗੱਦੀ ਤੇ ਬੈਠਦੇ ਆ। 9 ਸਾਲ ਦੀ ਉਮਰ ਹੈ। ਉਦੋਂ ਫਿਰ ਇਹਨਾਂ ਨੇ ਜਾਣਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਵੀ ਜਦੋਂ ਸ਼ਹੀਦੀ ਦਿੰਦੇ ਆ ਨਾ, ਜਾਣ ਲੱਗੇ ਇੱਕ ਬਚਨ ਕਰਕੇ ਗਏ ਸਨ ਕਿ ਪੁੱਤਰ ਦੀ ਸਾਹਿਬਜ਼ਾਦੇ ਜੀ ਹਰਗੋਬਿੰਦ ਜੀ, ਜਦੋਂ ਗੁਰਤਾ ਗੱਦੀ ਤੇ ਬੈਠੇ ਹੋ ਸ੍ਰੀ ਸਾਹਿਬ ਪੈ ਕੇ ਬੈਠੇ ਹੋ, ਇੱਕ ਨਹੀਂ ਦੋ ਪੈ ਕੇ ਬੈਠੇ ਹੋ। ਕਿਉਂਕਿ ਇਹਨਾਂ ਜਿੰਨਾ ਵੀ ਜਿਹੜੇ ਹੈਗੇ ਆ ਨਾ ਮੁਗਲ,
ਇਹ ਜਿਹੜੇ ਲੋਕ ਨੇ ਇਹ ਬੈਠ ਕਰਕੇ ਭਗਤੀ ਵੀ ਨਹੀਂ ਕਰਨ ਦਿੰਦੇ, ਤੇ ਹੁਣ ਭਗਤੀ ਦੇ ਨਾਲ ਨਾਲ ਸ਼ਕਤੀ ਵੀ ਵਿਖਾਉਣੀ ਪਵੇਗੀ, ਤਾਂ ਕਰਕੇ ਇੱਥੇ ਰਾਜ ਹੋਵੇਗਾ। ਇਹਨਾਂ ਨੇ ਬਿਨਾਂ ਰਾਜ ਦਾ ਦੇਣਾ ਨਹੀਂ। ਇਹ ਬੈਠਿਆਂ ਇਦਾਂ ਇਹਨਾਂ ਭਗਤੀ ਮਾਲਾ ਫੇਰਨ ਦੇਣੀ, ਮਾਲਾ ਦੀ ਰੱਖਿਆ ਕਰਨ ਵਾਸਤੇ ਸ੍ਰੀ ਸਾਹਿਬ ਵੀ ਧਾਰਨ ਕਰਨੀ ਪਵੇਗੀ। ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਤੇ ਬੈਠਦੇ ਆ। ਦੋ ਕਿਰਪਾਨਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਗੁਰੂ ਪਾਤਸ਼ਾਹ ਮਹਾਰਾਜ ਨੇ ਜਿੱਥੇ ਸ਼ਕਤੀ ਦਾ ਪ੍ਰਤੀਤ ਹੈ ਉੱਥੇ ਭਗਤੀ ਦਾ ਵੀ ਪ੍ਰਤੀਤ ਗੁਰੂ ਪਾਤਸ਼ਾਹ ਨੇ। ਜਿੱਥੇ ਸੰਤ ਨੇ ਉੱਥੇ ਸਿਪਾਹੀ ਵੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ। ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਫੌਜਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਕਿਰਪਾਨਾਂ ਤਾਂ ਦੋ ਬੰਨ ਲਈਆਂ। ਮਹਾਰਾਜ ਦੀ ਹੁਣ ਜਿਹੜੀ ਸੰਗਤ ਆਉਣੀ ਹੈ ਨਾ ਅੰਮ੍ਰਿਤਸਰ ਸਾਹਿਬ, ਗੁਰੂ ਪਾਤਸ਼ਾਹ ਕਹਿੰਦੇ ਆ ਸੰਗਤ ਨੂੰ ਉਪਦੇਸ਼ ਕਰਦੇ ਆ, ਜਿਹੜਾ ਸਿੱਖ ਘੋੜੇ ਲੈ ਕੇ ਆਵੇਗਾ, ਜਿਹੜਾ ਸ਼ਸਤਰ ਲੈ ਕੇ ਆਵੇਗਾ, ਜਿਹੜਾ ਹਥਿਆਰ ਲੈ ਕੇ ਆਵੇਗਾ, ਉਹਦੇ ਉੱਤੇ ਸਾਡੀ ਬਹੁਤ ਜ਼ਿਆਦਾ ਖੁਸ਼ੀ ਹੋਵੇਗੀ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਸੰਗਤਾਂ ਖੁਸ਼ੀਆਂ ਲੈਣ ਵਾਸਤੇ ਵਧੀਆ ਤੋਂ ਵਧੀਆ ਕਸ਼ਮੀਰੀ ਘੋੜੇ, ਲਦਾਖ ਦੇ ਘੋੜੇ ਵਧੀਆ ਤੋਂ ਵਧੀਆ ਲਿਆਣ ਕਰਕੇ ਗੁਰੂ ਪਾਤਸ਼ਾਹ ਨੂੰ ਅਰਪਣ ਕਰਦੇ ਆ। ਕੋਈ ਵਧੀਆ ਤੋਂ ਸ਼ਸਤਰ ਲੈ ਕੇ ਆਉਂਦਾ ਹੈ, ਕੋਈ ਹਥਿਆਰ ਲੈ ਕੇ ਆਉਂਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਐਸਾ ਇੱਕ ਤਖਤ ਰਚਾ ਦਿੱਤਾ ਜਿਹਦਾ ਦੁਨੀਆ ਦੇ ਵਿੱਚ ਕੋਈ ਨਹੀਂ ਸੀ। ਜਿਹੜੇ ਧਰਮ ਦੇ ਵਿੱਚ ਉਦੋਂ ਇੰਨਾ ਰਾਜ ਸੀ ਮੁਗਲੀ ਸਲਤਨਤ ਦਾ, ਮੁਗਲਾਂ ਦਾ ਰਾਜ ਜੀ ਸੀ, ਮੁਸਲਮਾਨਿਆਂ ਦਾ ਰਾਜ ਸੀ। ਇਹਨਾਂ ਦਾ ਇਹ ਹੁਕਮ ਸੀ ਕਿ ਕੋਈ ਘੋੜਾ ਨਹੀਂ ਰੱਖ ਸਕਦਾ, ਕੋਈ ਘੋੜੇ ਤੇ ਚੜ੍ਹ ਨਹੀਂ ਸਕਦਾ। ਇਹਨਾਂ ਦਾ ਹੁਕਮ ਸੀ ਕੋਈ ਸ਼ਸਤਰ ਹਥਿਆਰ ਨਹੀਂ ਰੱਖ ਸਕਦਾ। ਇਹ ਕਹਿੰਦੇ ਸਨ ਕੋਈ ਤਖਤ ਨਹੀਂ ਲਾ ਸਕਦਾ, ਕੋਈ ਚੰਦੋਆ ਨਹੀਂ ਲਾ ਸਕਦਾ, ਕੋਈ ਨਗਾਰਾ ਨਹੀਂ ਰੱਖ ਸਕਦਾ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਸਾਰੀਆਂ ਗੱਲਾਂ ਅਪਣਾਈਆਂ। ਗੁਰੂ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਹਰਮੰਦਰ ਸਾਹਿਬ ਦੇ ਸਾਹਮਣੇ ਹੀ ਮਹਾਰਾਜ ਨੇ ਅਕਾਲ ਤਖਤ ਰਚਿਆ। ਉਹ ਕਿਉਂ ਕਿ ਸਾਹਮਣੇ ਜੇ ਭਗਤੀ ਹੈ ਤੇ ਇਧਰ ਸ਼ਕਤੀ ਵੀ ਹੈ। ਜੇ ਉੱਥੇ ਭਗਤੀ ਹੋ ਰਹੀ ਹੈ ਤੇ ਭਗਤੀ ਨੂੰ ਕਾਇਮ ਰੱਖਣ ਵਾਸਤੇ ਅਕਾਲ ਤਖਤ ਦੀ ਰਚਾਂਗੇ। ਜਿਹੜਾ ਭਗਤੀ ਦੀ ਰੱਖਿਆ ਕਰੇਗੀ ਇਹ ਸ਼ਕਤੀ ਕਰੇਗੀ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਅਕਾਲ ਤਖਤ ਸਾਹਿਬ ਦੀ ਰਚਨਾ ਕਰਦੇ ਆ ਤੇ ਅਕਾਲ ਤਖਤ ਸਾਹਿਬ ਦਾ ਮਹਾਰਾਜ ਨੇ ਖਾਸ ਧਿਆਨ ਰੱਖਿਆ। ਅਕਾਲ ਤਖਤ ਸਾਹਿਬ ਦੀ ਨੀਂਹ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਹੱਥੀਂ ਰੱਖੀ। ਆਪਣੇ ਕਰ ਕਮਲਾਂ ਦੇ ਨਾਲ ਮਹਾਰਾਜ ਜੀ ਅਕਾਲ ਤਖਤ ਸਾਹਿਬ ਦੀ ਰਚਨਾ ਕਰਦੇ ਆ, ਜਿਹਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਗਾਰਾ ਬਣਾਉਂਦੇ ਨੇ ਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਇੱਟਾਂ ਫੜਾਉਣ ਦਾ ਕੰਮ ਕਰਦੇ ਆ। ਤੇ ਇਸ ਅਕਾਲ ਤਖਤ ਦੀ ਨੀਂਹ ਜਿਸ ਗੁਰੂ ਨੇ ਆਪਣੇ ਹੱਥੀਂ ਰੱਖੀ ਹੋਵੇ ਤੇ ਉਸ ਅਕਾਲ ਤਖਤ ਨੂੰ ਕੋਈ ਮਲੀਆ ਮੇਟ ਕਰ ਸਕਦਾ ਹੈ, ਉਸ ਨੂੰ ਕੋਈ ਖਤਮ ਕਰ ਸਕਦਾ। ਇਹਦੇ ਘਰ ਦੇ ਵਿੱਚ ਨਿਆਂ ਕੀਤਾ ਜਾਂਦਾ ਤੇ ਇਹਦੇ ਘਰ ਦੇ ਵਿੱਚ ਅਕਾਲ ਤਖਤ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਰਚਿਆ ਨਾ, ਮਜਲੂਮ ਜਿਹੜੇ ਗਰੀਬ ਸਨ, ਲੋਕ ਸਨ, ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਸੀ ਹੁੰਦੀ, ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਉਹਨਾਂ ਦੀ ਸੁਣਵਾਈ ਕਰਦੇ ਸਨ। ਕੋਈ ਸਰਕਾਰੇ ਦਰਬਾਰੇ ਦਿੱਲੀ ਤੱਕ ਪਹੁੰਚ ਕਰਦੇ, ਪਰ ਕਿਸੇ ਦੀ ਕੋਈ ਪਹੁੰਚ ਸੁਣਵਾਈ ਨਾ ਕੀਤੀ ਜਾਣੀ ਅਦਾਲਤਾਂ ਦੇ ਵਿੱਚ। ਪਰ ਗੁਰੂ ਦਾ ਜਿਹੜਾ ਅਕਾਲ ਤਖਤ ਹੈ, ਜਿਹੜਾ ਵੀ ਇੱਥੇ ਆਉਂਦਾ ਸੀ ਉਹਦੀ ਸੁਣਵਾਈ ਕੀਤੀ ਜਾਂਦੀ ਸੀ। ਜੇ ਕੋਈ ਫੌਜ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਉਂਦਾ ਸੀ, ਮਹਾਰਾਜ ਉਹਨੂੰ ਆਪਣਾ ਫੌਜੀ ਵੀ ਬਣਾਉਂਦੇ ਸਨ, ਸੈਨਿਕ ਬਣਾਉਂਦੇ ਸਨ। ਰਹੋ ਵਿਚਾਰ ਤੇ ਜਦੋਂ ਇਹ ਕੁਝ ਚੱਲਦਾ ਰਿਹਾ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ, ਤੇ ਇਹਨਾਂ ਨੇ ਜਾਣਿਆ ਚੰਦੂ ਵਰਗਿਆਂ ਨੇ ਕਿ ਅਸੀਂ ਤਾਂ ਇਹਦੇ ਪਿਓ ਨੂੰ ਖਤਮ ਕਰ ਦਿੱਤਾ ਸੀ, ਸ਼ਹੀਦ ਕਰਵਾ ਦਿੱਤਾ ਸੀ। ਅਸੀਂ ਤਾਂ ਜਾਣਿਆ ਸੀ ਇਹਨਾਂ ਦਾ ਲੱਕ ਟੁੱਟ ਜਾਵੇਗਾ, ਇਹ ਉੱਠਣ ਜੋਗੇ ਨਹੀਂ ਰਹਿਣਗੇ। ਤਾਂ ਫੌਜਾਂ ਤਿਆਰ ਕਰੀ ਜਾਂਦੇ। ਚੰਦੂ ਡਰ ਗਿਆ ਕਿਉਂਕਿ ਚੰਦੂ ਨੇ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕਰਵਾਇਆ ਸੀ। ਚੰਦੂ ਨੇ ਜਾਣਿਆ ਜਿੱਦਾਂ ਇਹ ਫੌਜਾਂ ਰੱਖੀ ਜਾਂਦੇ ਆ, ਸ਼ਸਤਰ ਹਥਿਆਰ ਰੱਖੀ ਜਾਂਦੇ, ਕੱਲ ਨੂੰ ਮੈਨੂੰ ਵੀ ਮਾਰ ਦੇਣਗੇ, ਮੈਨੂੰ ਖਤਮ ਕਰ ਦੇਣਗੇ। ਮੈਂ ਕਿਉਂ ਨਾ ਕੁਝ ਹੀਲਾ ਵਸੀਲਾ ਕਰਾਂ, ਕੁਝ ਯਤਨ ਕਰਾਂ, ਜਿਸ ਕਰਕੇ ਮੈਂ ਇਹਨਾਂ ਨੂੰ ਪਹਿਲਾਂ ਹੀ ਖਤਮ ਕਰਵਾ ਦੇਵਾਂ। ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮੇਰੇ ਗਲੇ ਤੱਕ ਹੱਥ ਪਹੁੰਚਣ ਤੋਂ ਪਹਿਲਾਂ ਹੀ ਇਹਨਾਂ ਦੇ ਹੱਥ ਕਟਵਾ ਦਿਆਂ, ਇਹਨਾਂ ਦਾ ਖਾਤਮਾ ਕਰਵਾ ਦਿਆਂ। ਇਹਨੇ ਇੱਕ ਸਲਾਹ ਬਣਾਈ
एक इन्हें तरीका बनाया ते इन्हें कफर भी तोलिया। इन्हें जहांगीर नूं उंगलियां लाइयां। जहांगीर नूं जा करके कहंदा है, कहंदा कि तूं तेरे हुक्म करके पंजवें पातशाह गुरु अर्जन देव शहीद होए ने। हुण जिहड़ा उन्हां दा पुत्तर है ना साहिबजादा, वो गद्दी ते बैठा है ते गद्दी ते बैठ करके फौजां कर रहा तैयार, शस्त्र रख रहा है ते हथियार रख रहा है। ते मैनू डर लगदा है किते आण करके दिल्ली दा तेरा तख्त ना खो लवे, किते आण करके मैनू ना मार दवे, तैनू ना मार दवे। आपां क्यों ना उहनूं इत्थे बुला लईए ते कैद कर लईए। अपना एडा वड्डा किला है ते किले दे विच उहनूं बंदी कर दिंदे आ, बन्न दिंदे आ। जहांगीर ने कहा कि नहीं भाई, पहला भी उन्हां दे पिता नूं आपां शहीद करा दिता, बड़ा वड्डा गुनाह होया है, पाप होया है। हुण इह दूजा पाप नहीं मैं कर सकदा। जो होवेगा वेख्या जावेगा। मेरा गुरु हरगोबिंद पातशाह नाल कोई भी वैर विरोध नहीं है, ना मैं रखांगा। जहांगीर पहला भी गुरु अर्जन देव पातशाह जी नूं शहीद नहीं सी करवाउणा चाहुंदा। ये चला गया कश्मीर, मगरों चंदू लै गया गुरु पातशाह नूं लाहौर। ते जदों लाहौर लै गया ते बिना ही जहांगीर नूं दस्सिया इन्हें शहीद कर दिता सी। ते जदों पातशाह दी शहीदी हो जाती है ते बाद दे विच पता लगता है जहांगीर नूं इन्हें शहीद करवा दिता। ते हुण इन्हें जाणिया कि हुण जिहड़ा जहांगीर बादशाह है ना, वो बड़ा ज़्यादा बीमार रहिंदा है ते कुछ उहदे शरीर ते ना संकट रहिंदे आ। ते वो अपने दीवान चंदू नूं पुछदा है, सलाह लैंदा है वजीर खान दी कि मैनू कोई दसना करो कुछ कारण कि जिस करके मेरे शरीर ते जिहड़े संकट ने, मेरे शरीर दे उत्ते जिहड़े दुख आउंदे आ दूर हो जाण। इस चंदू ने एक सियासत खेडी, एक राजनीति अपनाई पातशाह नूं उत्थे बुलाउण दी ग्वालियर। इसने एक प्लैनिंग की कि यह कहंदा जहांगीर बादशाह नूं, जहांगीर बादशाह तेरे शरीर ते जिहड़ा कोई संकट है इनू दूर करन वास्ते आपां कि नजूमियां बनाउंदे आ। एक नजूमिया जिहड़ा कि वह मंगवाया गया, जिहड़ा कि उन्हां दे इन्हां दे धर्म दे विच कहा जाता है, जिहड़ा सब कुछ दस दिंदा है कि तेरे ते दुख क्यों है। जिद्दां कोई जाके पंडितां नूं पुछे जां ज्योतिषां नूं पुछे कि मेरे शरीर ते दुख क्यों है, मेरा हत्थ वेख, मेरियां लकीरां वेख, इदां कुछ वेख्या ते नहीं जांदा। ये पखंडवाद है। जिस दे धर्म दे विच, जिस दे कर्म दे विच, जिस दे भागां दे विच जो लिखिया गया है उहनूं वो मिलना है। किसी दे कुछ वेख्या जां कीतियां कुछ नहीं जे होना। हाँ इन्ना जरूर है, गुरु की भगती करी जाओ, बंदगी करी जाओ, सेवा सिमरन करी जाओ, गुरु की शरण दे विच रहो। गुरु पातशाह आप ही कृपा करके पार उतारा कर देंदे आ, मेहर कर देंदे आ, माड़े कर्म मेट देंदे आ। इन्हें फिर एक सियासत खेडी चंदू ने ते एक नजूमिया मंगाया, जिन्हें वो लिबास धारण किया सी, उन्होंने कुछ रिश्वत, उन्होंने कुछ पैसे दे करके कहा कि तू जदों जहांगीर बादशाह दे कोल जावेगा ना ते बादशाह नूं कहीं कि बादशाह तेरे सिर ते एक साड़ सती है, तेरे ते बड़ा वड्डा संकट है ते संकट टलना नहीं। नजूमीए नूं भी अपने वस दे विच कर लिया, पैसे दे करके। माया एक बड़ी चीज़ है, इस माया दे नाल चंगे चंगे बंदियां दे भी ईमान डुल जांदे आ। एक चीज़ ही ऐसी है, ये वड्डियां वड्डियां नूं मिट्टी च रोल देंदी है, खत्म कर दिंदी, ईमान खत्म कर देंदी है। नजूमिया नूं रिश्वत दित्ती, पैसे दिते चंदू ने ते उहनूं सारा प्लैनिंग समझा दित्ती कि तुसीं इदां कहना जाके कि जहांगीर बादशाह तेरे सिर ते साड़ सती है, थोड़े दिनां विच तेरी हो जानी मौत। जे बचना चाहुंदा है किसे संत किसे महापुरख नूं 40 दिन दा जाप करवा, 40 दिन दा जाप करवाएगा ते तेरे सिर तो साड़ सती खत्म होवेगी, नहीं ते नहीं होनी। ते वो फिर पुछूगा कि दुनिया विच कोई संत महापुरख है, कोई ब्रह्म ज्ञानी है, कोई ऐसा जिहड़ा कि मेरे वास्ते 40 दिन दा जाप करे बैठ के, ते तू जाके दस दई, सारा कह दई। एक है जिहड़े गुरु अर्जन देव पातशाह जी दे पुत्र, जिहड़े गुरु नानक देव जी दी गद्दी ते गुरु हरगोबिंद पातशाह पूर्ण संत ने, वो तैनू बचा सकदे, वो जे तेरा जाप करन। ऐदां ही इन्हें चंदू ने सारा नजूमियां नूं समझाया। ये बादशाह दे दरबार दे विच गया, जहांगीर दे कोल दिल्ली।
ਜਦੋਂ ਉਹ ਤੋਂ ਪਹੁੰਚਿਆ ਤੇ ਉਹ ਪੁੱਛਦਾ ਹੈ, ਹੁਣ ਨਿਜੂਮੀਆਂ ਤੇ ਵਿਸ਼ਵਾਸ ਕਰਦੇ ਆ, ਭਰੋਸਾ ਕਰਦੇ, ਜੋ ਉਹਨੇ ਕਹਿ ਦਿੱਤਾ ਇਹ ਸੱਤ ਕਰਕੇ ਮੰਨ ਲੈਂਦੇ ਆ। ਜੋ ਕਹਿ ਦਿੱਤਾ, ਜਿੱਦਾਂ ਅਸੀਂ ਆਪਣੇ ਸਤਿਗੁਰੂ ਤੇ ਸੱਤ ਕਰਕੇ ਪਹਿਰਾ ਦਿੰਦੇ ਆ, ਇਵੇਂ ਨਿਜੂਮੀਆਂ ਤੇ ਸੱਤ ਕਰਕੇ ਪਹਿਰਾ ਦਿੰਦੇ ਆ। ਨਜੂਮੀਏ ਨੇ ਉਹ ਸਾਰੀ ਵਾਰਤਾ ਜਿਹੜੀ ਗੱਲਬਾਤ ਹੋਈ ਸੀ ਨਾ ਚੰਦੂ ਦੇ ਨਾਲ, ਉਹ ਸਾਰੀ ਜਾ ਕਰਕੇ ਜਹਾਂਗੀਰ ਬਾਦਸ਼ਾਹ ਨੂੰ ਦੱਸ ਦਿੱਤੀ। ਜਦੋਂ ਜਹਾਂਗੀਰ ਬਾਦਸ਼ਾਹ ਨੂੰ ਦੱਸੀ ਕਿ ਤੇਰੇ ਤੇ ਸਾੜ ਸਤੀ ਹੈ, 40 ਦਿਨ ਦਾ ਜਾਪ ਹੋਵੇਗਾ ਤੇ ਦੂਰ ਹੋਵੇਗੀ, ਉਦਾਂ ਇਹ ਖਤਮ ਨਹੀਂ ਹੋਣੀ, ਕਿ ਤੂੰ ਇਦਾਂ ਕਰ 40 ਦਿਨ ਦਾ ਕਿਸੇ ਸੰਤ ਮਹਾਂਪੁਰਖ ਦੇ ਕੋਲ ਜਾਪ ਕਰਾ। ਤੇ ਜਹਾਂਗੀਰ ਫਿਰ ਉੱਦਾਂ ਹੀ ਸਵਾਲ ਕਰਦਾ, ਪੁੱਛਦਾ ਹੈ ਕਿ ਹੈ ਕੋਈ ਸੰਤ, ਹੈ ਕੋਈ ਮਹਾਂਪੁਰਖ, ਹੈ ਕੋਈ ਬ੍ਰਹਮ ਗਿਆਨੀ ਜਿਹੜਾ ਮੇਰੇ ਵਾਸਤੇ 40 ਦਿਨ ਦਾ ਜਾਪ ਕਰੇ? ਉਹ ਕਹਿੰਦਾ ਜੀ ਹਾਂ ਹੈ, ਗੁਰੂ ਹਰਗੋਬਿੰਦ ਪਾਤਸ਼ਾਹ। ਗੁਰੂ ਨਾਨਕ ਦੇ ਘਰ ਦੀ ਕਰਾਮਾਤ ਤਾਂ ਤੁਸੀਂ ਸੁਣੀ ਹੋਵੇਗੀ ਕਿ ਉਹਨਾਂ ਦੇ ਘਰ ਦੇ ਵਿੱਚ ਸਾਰੀਆਂ ਦਾਤਾਂ, ਭਗਤੀ, ਸ਼ਕਤੀ ਸਭ ਕੁਝ ਉਹਨਾਂ ਦੇ ਕੋਲ ਹੈ। ਜੇ ਕੋਈ ਲੈਣਾ ਤੇ ਉਹਨਾਂ ਕੋਲੋਂ ਜਾਪ ਕਰਵਾ। ਫਿਰ ਜਹਾਂਗੀਰ ਨੇ ਕਿਹਾ ਕਿ ਮੇਰਾ ਜੀ ਜਿਹੜੇ ਸਿਰ ਤੇ ਸਾੜ ਸਤੀ ਹੈ, ਜਿਹੜਾ ਇਹ ਸੰਕਟ ਹੈ ਹਟ ਜਾਵੇਗਾ? ਕਹਿੰਦਾ ਹਾਂ, ਪੂਰਨ ਭਰੋਸਾ ਵਿਸ਼ਵਾਸ ਹੈ, ਸੰਕਟ ਦੂਰ ਹੋ ਜਾਵੇਗਾ, ਖਤਮ ਹੋ ਜਾਵੇਗਾ। ਜਹਾਂਗੀਰ ਬਾਦਸ਼ਾਹ ਨੇ ਦਿੱਲੀ ਤੋਂ ਆਪਣੇ ਵਜ਼ੀਰ ਤੇ ਕਿੰਚ ਬੇਗ ਨੂੰ, ਦੋਵਾਂ ਨੂੰ ਭੇਜਿਆ, ਜਾਓ ਜਾ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਲੈ ਕੇ ਆਓ। ਇਹ ਦੋਵੇਂ ਫਿਰ ਜਹਾਂਗੀਰ, ਵਜ਼ੀਰ ਖਾਂ ਤੇ ਜਿਹੜਾ ਕਿੰਚ ਬੇਗ ਹੈ, ਇਹ ਦੋਵੇਂ ਹੀ ਗੁਰੂ ਪਾਤਸ਼ਾਹ ਜੀ ਦੇ ਸ਼ਰਧਾਲੂ ਹੈ। ਇਹਨਾਂ ਨੇ ਜਾਣ ਲਿਆ ਸੀ ਕਿ ਜਿਹੜਾ ਵਜ਼ੀਰ ਖਾਂ ਹੈ ਉਹ ਤੇ ਪਹਿਲਾਂ ਹੀ ਚਾਹੁੰਦਾ ਸੀ ਕਿ ਪਾਤਸ਼ਾਹ ਦੇ ਨਾਲ ਇਦਾਂ ਨਾ ਹੋਵੇ ਜਿੱਦਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਲ ਹੋਇਆ, ਸ਼ਹੀਦੀ ਹੋਈ ਹੈ। ਇਹ ਚਲੋ ਅੰਮ੍ਰਿਤਸਰ ਸਾਹਿਬ ਪਹੁੰਚੇ। ਇਹਨਾਂ ਨੇ ਜਾ ਕੇ ਬੇਨਤੀ ਕੀਤੀ, ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਸਾਡੇ ਬਾਦਸ਼ਾਹ ਜਹਾਂਗੀਰ ਬਾਦਸ਼ਾਹ ਨੇ ਤੁਹਾਨੂੰ ਬੁਲਵਾਇਆ ਹੈ, ਆਪ ਜੀ ਕਿਰਪਾ ਕਰਕੇ ਚਰਨ ਪਾਓ। ਮਾਰੇ ਉਹਨਾਂ ਦੇ ਸਿਰ ਤੇ ਕੋਈ ਸੰਕਟ ਹੈ, ਤੁਹਾਨੂੰ ਬੁਲਾ ਰਹੇ ਨੇ, ਮਾਰੇ ਕਿਰਪਾ ਕਰਕੇ ਚਰਨ ਪਾਓ, ਉਹਨਾਂ ਦੇ ਸੰਕਟਾਂ ਨੂੰ ਦੂਰ ਕਰੋ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੇਨਤੀ ਮੰਨੀ। ਸੰਗਤਾਂ ਰੋਕਦੀਆਂ ਸਨ, ਮਾਤਾ ਗੰਗਾ ਜੀ ਵੀ ਰੋਕਦੇ ਸਨ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਵਰਗੇ ਸਿੱਖ ਵੀ ਕਹਿੰਦੇ ਮਹਾਰਾਜ ਨਾ ਜਾਓ। ਇਹਨਾਂ ਨੇ ਪਹਿਲਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ ਤੇ ਹੁਣ ਹੋਰ ਨਾ ਕੋਈ ਭਾਣਾ ਵਰਤਾ ਦੇਣ। ਗੁਰੂ ਪਾਤਸ਼ਾਹ ਕਹਿੰਦੇ ਕੁਝ ਨਹੀਂ ਹੁੰਦਾ, ਅਸੀਂ ਜਾਂਦੇ ਹਾਂ। ਗੁਰੂ ਪਾਤਸ਼ਾਹ ਮਾਰੇ 300 ਸਵਾਰ, ਘੋੜ ਸਵਾਰ ਸਿੱਖ ਸ਼ਸਤਰਧਾਰੀ ਦਿੱਲੀ ਲੈ ਕਰਕੇ ਜਾਂਦੇ ਆ। ਤੇ ਦਿੱਲੀ ਮਜਨੂ ਕਾ ਟਿੱਲਾ ਹੈ, ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਵੀ ਪਹੁੰਚੇ ਸਨ। ਮਜਨੂ ਦੇ ਟਿੱਲੇ ਤੇ ਜਾ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਿਹਾਇਸ਼ ਕਰਵਾਉਂਦੇ ਆ। ਤੇ ਗੁਰੂ ਅਰਜਨ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਤਾਈਂ ਇਹ ਸਾਰੀ ਫਿਰ ਖਬਰ ਦੱਸੀ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਹਾਂਗੀਰ ਦੇ ਸਿਰ ਤੇ ਕੋਈ ਭਾਰ ਹੈ, ਕੋਈ ਸੰਕਟ ਹੈ, ਸਾੜ ਸਤੀ ਹੈ। ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਜੇ ਆਪ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ 40 ਦਿਨ ਦਾ ਜਾਪ ਕਰ ਦੋ ਤੇ ਉਹਨਾਂ ਦਾ ਸੰਕਟ ਦੂਰ ਹੋ ਜਾਵੇਗਾ। ਪਾਤਸ਼ਾਹ ਜੀ ਇਹ ਕਿਰਪਾ ਕਰ ਦੋ, ਤੁਸੀਂ ਦਾ ਪਰਉਪਕਾਰੀ ਸੰਤ ਮਹਾਂਪੁਰਖ ਦੁਨੀਆ ਦੇ ਵਿੱਚ ਆਉਂਦੇ ਆ ਤੇ ਪਰਉਪਕਾਰ ਕਰੋ। ਗੁਰੂ ਪਾਤਸ਼ਾਹ ਨੇ ਬੇਨਤੀ ਮੰਨੀ। ਮਹਾਰਾਜ ਦੇ ਨਾਲ ਜਿਹੜੇ ਬਾਕੀ ਸਿੱਖ ਸਨ ਉਹ ਤਾਂ ਵਾਪਸ ਆ ਗਏ, ਤੇ ਜਿਨ੍ਹਾਂ ਦੇ ਵਿੱਚ ਭਾਈ ਜੇਠਾ, ਭਾਈ ਪਿਰਾਣਾ, ਹੋਰ ਵੀ ਗੁਰੂ ਪਾਤਸ਼ਾਹ ਮਹਾਰਾਜ ਦੇ 5 ਸਿੱਖ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਸਨ, ਰਹੇ ਸਨ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਇੱਕ ਕਮਰੇ ਦੇ ਵਿੱਚ, ਇੱਕ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। ਕਿਹਾ ਕਿ ਇਸ ਅੰਦਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਜਾਪ ਕਰੋ। ਤੇ ਉਸੇ ਹੀ ਜੇਲ੍ਹ ਦੇ ਵਿੱਚ, ਉਸੇ ਹੀ ਕਿਲੇ ਦੇ ਵਿੱਚ 52 ਰਾਜੇ ਰਹਿੰਦੇ ਸਨ। 52 ਰਾਜਿਆਂ ਨੂੰ ਜਹਾਂਗੀਰ ਬਾਦਸ਼ਾਹ ਨੇ ਬੰਦ ਕੀਤਾ ਸੀ। ਸ਼ਾਹੇ ਹਵਾਲਾਤ ਸੀ ਉਹ, ਜਿਹਦੇ ਵਿੱਚ ਵੱਡੇ ਵੱਡੇ ਲੋਕਾਂ ਨੂੰ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਸੀ। ਤੇ ਜਿਹੜੇ ਇਹ 52 ਰਾਜੇ ਸਨ, ਇਹਨਾਂ ਦੀ ਵੀ ਗਲਤੀ ਇਹ ਸੀ, ਪਹਾੜੀ ਰਾਜੀਏ ਸਨ ਜਿਹੜੇ ਕਿ ਉਹਨਾਂ ਨੇ, ਇਹਨਾਂ ਦੇ ਵਿੱਚ ਕਈ ਰਾਜਪੂਤ ਰਾਜੇ ਤੇ ਇਹਨਾਂ ਦੇ ਵਿੱਚ ਕਈ ਪਹਾੜੀਏ ਰਾਜੇ ਜਿਹੜੇ ਕਿ ਜਹਾਂਗੀਰ ਬਾਦਸ਼ਾਹ ਨੇ ਬੰਦ ਕੀਤੇ ਸਨ। ਜਦੋਂ ਆਂਦੇ ਇਹਨਾਂ ਦੇ ਵਿੱਚ ਬੰਦ ਕੀਤੇ ਨੇ ਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਗੱਦੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਸ ਥਾਂ ਦੇ ਵਿੱਚ ਆਏ ਆ, ਗਵਾਲੀਅਰ ਦੇ ਕਿਲੇ ਦੇ ਵਿੱਚ, ਉਹਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ। ਉਹ ਖੁਸ਼ ਹੋ ਗਏ।
ਉਹ ਖੁਸ਼ ਇਸ ਕਰਕੇ ਨਹੀਂ ਹੋਏ ਕਿ ਇਹਨਾਂ ਨੂੰ ਬੰਦ ਕਰ ਦਿੱਤਾ, ਖੁਸ਼ ਇਸ ਕਰਕੇ ਆਏ ਕਿ ਹੁਣ ਪਾਤਸ਼ਾਹ ਆ ਗਏ ਨੇ, ਸਾਡਾ ਵੀ ਜੀਵਨ ਸੁਧਰ ਜਾਵੇਗਾ, ਅਸੀਂ ਵੀ ਬੰਧਨਾਂ ਤੋਂ ਮੁਕਤ ਹੋ ਜਾਵਾਂਗੇ। ਹੁਣ ਪਾਤਸ਼ਾਹ ਆ ਗਿਆ, ਗੁਰੂ ਆ ਗਿਆ, ਰੱਬ ਆ ਗਿਆ, ਤੇ ਜਿੱਥੇ ਪਰਮੇਸ਼ਰ ਆਪ ਜਾਵੇ ਉੱਥੇ ਦੁੱਖ ਕਾਹਦਾ। ਆਂਦੇ ਇੰਨੀ ਭਿਆਨਕ ਇਹਨਾਂ ਰਾਜਿਆਂ ਨੂੰ ਸਜ਼ਾ ਦਿੱਤੀ ਜਾਂਦੀ ਸੀ। ਜੇ ਪਾਣੀ ਦਿੱਤਾ ਜਾਂਦਾ ਸੀ ਨਾ ਪੀਣ ਵਾਸਤੇ, ਉਹਦੇ ਵਿੱਚ ਨਮਕ ਪਾ ਕੇ ਲੂਣ ਪਾ ਕੇ ਦਿੰਦੇ ਸਨ, ਤੇ ਜੇ ਇਹਨਾਂ ਨੂੰ ਰੋਟੀ ਦਿੱਤੀ ਜਾਂਦੀ ਸੀ ਉਹ ਵੀ ਬੜੀ ਸਖਤ, ਬੜੀ ਪੁਰਾਣੀ, ਨਹੀਂ ਕਿ ਲੱਥ ਦੀਆਂ ਦਿੱਤੀਆਂ ਜਾਂਦੀਆਂ ਸਨ, ਲਾ ਕੇ ਰੱਖ ਲੈਂਦੇ ਸਨ। 3-4 ਦਿਨਾਂ ਬਾਅਦ ਜਦੋਂ ਸਖਤ ਹੋ ਜਾਣ, ਕਟੜੀਆਂ ਹੋ ਜਾਣ, ਉਦੋਂ ਜਾ ਕਰਕੇ ਉਹਨਾਂ ਰੋਟੀ ਦਿੱਤੀ ਜਾਂਦੀ। ਉਸ ਰੋਟੀ ਦੇ ਵਿੱਚ, ਆਟੇ ਦੇ ਵਿੱਚ ਲੂਣ ਗੁੰਨਿਆ ਜਾਂਦਾ ਸੀ, ਪਾਣੀ ਵੀ ਲੂਣ ਵਾਲਾ, ਰੋਟੀਆਂ ਵੀ ਲੂਣ ਵਾਲੀਆਂ, ਤੇ ਉਹ ਵੀ ਬਈਆਂ ਕਈ ਦਿਨਾਂ ਦੀਆਂ ਪਈਆਂ ਸੁੱਕੀਆਂ ਰੋਟੀਆਂ। ਇੰਨੀ ਭਿਆਨਕ ਸਜ਼ਾ ਇਹਨਾਂ ਨੂੰ ਦਿੱਤੀ ਜਾਂਦੀ ਸੀ ਕਿ ਰਹਿਣ ਵਸੈਣ ਵਾਸਤੇ ਵੀ ਚੰਗੀ ਜਗ੍ਹਾ ਨਾ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਜਾਪ ਆਰੰਭ ਕੀਤਾ, ਭਗਤੀ ਕਰਦੇ ਨੇ, ਬੰਦਗੀ ਕਰਦੇ ਨੇ। ਸਮਾਂ ਬੀਤਦਾ ਗਿਆ, ਜਦੋਂ ਪਾਤਸ਼ਾਹ ਭਗਤੀ ਕਰਦੇ ਆ, ਜਿਹੜੇ ਰਾਜੇ ਬੜੇ ਦੁਖੀ ਸਨ ਉਹਨਾਂ ਨੂੰ ਬਾਣੀ ਸੁਣ ਕੇ ਸਕੂਨ ਮਿਲਦਾ ਸੀ, ਸ਼ਾਂਤੀ ਆਉਂਦੀ ਸੀ, ਦੁੱਖ ਦੂਰ ਹੁੰਦਾ ਸੀ। ਬਾਦਸ਼ਾਹ ਬਾਣੀ ਪੜ੍ਹਨੇ, ਇਹਨਾਂ ਰਾਜਿਆਂ ਦੇ ਦੁੱਖ ਦੂਰ ਹੁੰਦੇ ਗਏ। ਸਮਾਂ ਬੀਤਦਾ ਗਿਆ, 40 ਦਿਨ ਦਾ ਸਮਾਂ ਨਿਯੁਕਤ ਹੋ ਗਿਆ, ਪੂਰਾ ਹੋ ਗਿਆ। ਜਹਾਂਗੀਰ ਬਾਦਸ਼ਾਹ ਦੇ ਤਾਈ ਆਂਦੇ ਇਹਨੇ ਅਜੇ ਧਿਆਨ ਨਾ ਦਿੱਤਾ ਕਿ ਪਾਤਸ਼ਾਹ ਤੇ 40 ਦਿਨ ਵਾਸਤੇ ਜਾਪ 'ਚ ਬੈਠੇ ਆ, ਇਹ ਭੁੱਲ ਗਿਆ ਇਹ ਦਿੱਲੀ ਬੈਠਾ ਹੈ ਤੇ ਗਵਾਲੀਅਰ ਦਿੱਲੀ ਤੋਂ ਕੁਝ ਦੂਰੀ ਤੇ ਹੈ। ਤੇ ਪਾਤਸ਼ਾਹ ਜੀ ਮਹਾਰਾਜ ਜੀ ਜਦੋਂ ਕਿਲੇ ਦੇ ਵਿੱਚ ਹੈ ਤੇ ਜਹਾਂਗੀਰ ਆਪਣੇ ਕੰਮ ਧੰਦਿਆਂ ਵਿੱਚ ਪੈ ਗਿਆ, ਤੇ ਪਾਤਸ਼ਾਹ ਨੂੰ ਇਹਨੇ ਛੱਡਿਆ ਨਾ, ਰਿਹਾ ਨਾ ਕਰਿਆ। ਜਦੋਂ ਰਿਹਾ ਨਾ ਕੀਤਾ, ਆਂਦੇ ਬੜਾ ਸਮਾਂ ਬੀਤ ਗਿਆ। ਕਈ ਵਿਦਵਾਨ ਲੋਕ ਤਾਂ ਇੱਥੋਂ ਤੱਕ ਲਿਖਦੇ 12 ਸਾਲ ਦਾ, ਪਰ ਨਹੀਂ, 12 ਸਾਲ ਸਮਾਂ ਬਹੁਤ ਜ਼ਿਆਦਾ ਹੋ ਜਾਂਦਾ। 26-27 ਮਹੀਨੇ ਗੁਰੂ ਪਾਤਸ਼ਾਹ ਮਹਾਰਾਜ ਗਵਾਲੀਅਰ ਦੀ ਜੇਲ੍ਹ ਦੇ ਵਿੱਚ ਰਹੇ। ਜਦੋਂ ਇੰਨਾ ਜ਼ਿਆਦਾ ਸਮਾਂ ਬੀਤ ਗਿਆ ਤੇ ਸਿੱਖਾਂ ਨੇ ਵਿਰਲਾਪ ਕਰਨਾ ਸ਼ੁਰੂ ਕਰ ਦਿੱਤਾ। ਇੱਧਰ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਰੋਸ ਮਾਰਚ ਕੱਢਦੇ ਆ। ਉੱਥੋਂ ਦਾ ਜਿਹੜਾ ਸੂਬਾ ਹੋਇਆ ਨਾ ਜਹਾਂਗੀਰ ਨੇ, ਜਿਸ ਨੂੰ ਥਾਪਿਆ ਹੈ ਮੁਜਤਰਬਾ ਖਾਨ, ਉਹਦੇ ਉੱਤੇ ਵੀ ਆਣ ਕਰਕੇ ਉਹਨਾਂ ਨੇ ਕਿਹਾ ਕਿ ਸਾਡੇ ਸਤਿਗੁਰੂ ਨੂੰ ਤੁਸੀਂ ਅੰਦਰ ਜੇਲ੍ਹ ਵਿੱਚ ਪਾਇਆ, ਉਹਨਾਂ ਰਿਹਾ ਕਿਉਂ ਨਹੀਂ ਕਰਦੇ, ਛੱਡਦੇ ਕਿਉਂ ਨਹੀਂ। ਕਈ ਰੋਸ ਮਾਰਚ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੇ ਮਗਰੋਂ ਕੱਢੇ। ਉਹਨਾਂ ਨੇ ਯਤਨ ਕੀਤਾ ਤੇ ਸੰਗਤਾਂ ਨੇ, ਬੜਾ ਸਮਾਂ ਹੋ ਗਿਆ ਗੁਰੂ ਦੇ ਦਰਸ਼ਨ, ਹੁਣ 26-27 ਮਹੀਨੇ ਹੋ ਗਏ ਗੁਰੂ ਦੇ ਦਰਸ਼ਨ ਨਹੀਂ ਹੋਏ ਸੰਗਤਾਂ ਨੂੰ। ਸੰਗਤਾਂ ਅੰਮ੍ਰਿਤਸਰ ਸਾਹਿਬ ਤੋਂ ਚੱਲ ਕਰਕੇ ਗਵਾਲੀਅਰ ਪਹੁੰਚਦੀਆਂ ਨੇ, ਰੋਸ ਮਾਰਚ ਕੱਢਦੀਆਂ ਨੇ, ਤੇ ਜਿਹੜਾ ਗਵਾਲੀਅਰ ਦੀਆਂ ਕੰਧਾਂ ਬੜੀਆਂ ਤਗੜੀਆਂ ਨੇ, ਗਏ ਤੇ ਦਰਸ਼ਨ ਕਰਿਆ ਜੇ ਅੱਜ ਵੀ ਉਹ ਕਿਲਾ ਹੈਗਾ ਜਿੱਥੇ ਮਰਨ ਨੂੰ ਬੰਦੀ ਕੀਤਾ ਸੀ। ਆਂਦੇ ਉਸ ਗਵਾਲੀਅਰ ਦੀਆਂ ਜਿਹੜੀਆਂ ਕੰਧਾਂ ਹੈ, ਸੰਗਤਾਂ ਉਹਨਾਂ ਨੂੰ ਮੱਥੇ ਟੇਕਦੀਆਂ ਨੇ, ਕੰਧਾਂ ਦੇ ਨਾਲ ਸਿਰ ਲਾਉਂਦੀਆਂ ਨੇ, ਨਮਸਤਕ ਲਾਉਂਦੀਆਂ ਨੇ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਅੰਦਰ ਬੈਠੇ ਨੇ, ਮੱਥਾ ਟੇਕਿਆ ਹੋਇਆ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਜਾਵੇ। ਉੱਦਾਂ ਨਹੀਂ ਦਰਸ਼ਨ ਹੋਏ, ਇੱਦਾਂ ਹੀ ਮਾਰਨ ਨੂੰ ਮੱਥਾ ਟੇਕ ਲਈਏ, ਮਹਾਰਾਜ ਤੇ ਅੰਦਰ ਹੀ ਨੇ ਸਾਡੇ 6ਵੇਂ ਪਾਤਸ਼ਾਹ ਜੀ। ਆਂਦੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਸਮਾਂ ਜਦੋਂ ਇੰਨਾ ਜ਼ਿਆਦਾ ਹੋ ਗਿਆ ਨਾ, 2-2.5 ਸਾਲ ਹੋ ਗਏ, ਕਾਫੀ ਮਹੀਨੇ ਬਤੀਤ ਹੋ ਗਏ। ਫਿਰ ਭਾਈ ਜੇਠੇ ਨੇ ਸ਼ਕਤੀ ਵਰਤਾਈ ਕਿ ਇਦਾਂ ਨਹੀਂ ਇਹਨੇ ਛੱਡਣਾ, ਜਹਾਂਗੀਰ ਨੇ ਕੁਝ ਤਰੀਕਾ ਅਪਣਾਉਣਾ ਪੈਣਾ। ਸ਼ੇਰ ਦਾ ਰੂਪ ਧਾਰਨ ਕੀਤਾ ਭਾਈ ਜੇਠੇ ਨੇ, ਰਾਤ ਨੂੰ ਸ਼ੇਰ ਦਾ ਰੂਪ ਧਾਰਨ ਕਰਕੇ ਤੇ ਸੁੱਤੇ ਪਏ ਜਹਾਂਗੀਰ ਦੀ ਛਾਤੀ ਦੇ ਉੱਤੇ ਜਾ ਚੜਿਆ। ਆਂਦੇ ਜਦੋਂ ਛਾਤੀ ਤੇ ਜਾ ਚੜਿਆ ਤੇ ਜਹਾਂਗੀਰ ਬਾਦਸ਼ਾਹ ਬੌਂਦਲ ਗਿਆ, ਡਰ ਗਿਆ, ਸੁੱਤਾ ਪਿਆ ਕਿ ਕੀ ਭਿਆਨਕ ਸੁਪਨਾ ਹੈ, ਕੀ ਹੈ ਇਹ, ਮੈਂ ਤਾਂ ਡਰ ਗਿਆ। ਤੇ ਸ਼ੇਰ ਨੇ ਆਵਾਜ਼ ਦਿੱਤੀ ਕਿ ਤੂੰ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ 40 ਦਿਨ ਦਾ ਕਹਿ ਕਰਕੇ ਤੂੰ ਕਿਲੇ ਦੇ ਵਿੱਚ ਕਈ ਮਹੀਨੇ ਬਤੀਤ ਹੋ ਗਏ, ਤੂੰ ਉਹਨਾਂ ਨੂੰ ਰਿਹਾ ਨਹੀਂ ਕਰ ਰਿਹਾ, ਤੂੰ ਉਹਨਾਂ ਨੂੰ ਛੱਡ ਨਹੀਂ ਰਿਹਾ। ਉਹਨਾਂ ਨੂੰ ਛੱਡ ਤਾਂ ਬਚੇਗਾ, ਨਹੀਂ ਤੇ ਨਹੀਂ ਬਚ ਪਾਏਗਾ। ਆਂਦੇ ਬਹੁਤ ਜ਼ਿਆਦਾ ਡਰ ਗਿਆ। ਫਿਰ ਭਾਈ ਜੇਠ ਨੇ ਦੂਜਾ ਰੂਪ ਧਾਰਨ ਕੀਤਾ ਇੱਕ ਨਜੂਮੀਏ ਦਾ, ਕਿਉਂਕਿ ਨਜੂਮੀਆਂ ਪਹਿਲਾਂ ਵੀ ਆਇਆ ਸੀ ਕਿ ਮਹਾਰਾਜ ਨੂੰ ਕਹਿਣ, ਉਹਨੇ ਜਿਹੜਾ ਕਿ ਬਣਾ ਕਰਕੇ ਪੈਲੈਲਿੰਗ ਚੰਦੂ ਦੇ ਨਾਲ ਕਿ ਗੁਰੂ ਪਾਤਸ਼ਾਹ ਨੂੰ ਅੰਦਰ ਬੰਦ ਕਰਵਾ ਦਈਏ। ਫਿਰ ਆਂਦੇ ਨੇ ਇਸ ਤਰੀਕੇ ਦੇ ਨਾਲ ਜਦੋਂ ਨਜੂਮੀਆਂ ਬਣ ਕੇ ਆਇਆ, ਇਸ ਨੇ ਵੀ ਉਹ ਭੇਖ ਧਾਰਨ ਕੀਤਾ ਤੇ ਜਾ ਕੇ ਜਹਾਂਗੀਰ ਬਾਦਸ਼ਾਹ ਨੂੰ ਕਿਹਾ ਕਿ ਜੇ ਤੂੰ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਨਹੀਂ ਛੱਡੇਗਾ, ਤੇਰੇ ਤੇ ਸਾੜ ਸਤੀਦਾ ਬਣੀ ਰਹਿਣੀ ਹੈ, ਤੂੰ ਮਰ ਜਾਵੇਂਗਾ, ਖਤਮ ਹੋ ਜਾਵੇਂਗਾ। ਜੇ ਆਪਣਾ ਭਲਾ ਚਾਹੁੰਦਾ ਹੈ
ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਰਿਹਾ ਕਰਦੇ, ਨਹੀਂ ਤੇ ਤੇਰੀ ਮੌਤ ਅਵੱਸ਼ ਹੈ। ਪਹਿਲਾਂ ਤੇ ਸ਼ੇਰ ਤੋਂ ਡਰ ਗਿਆ ਤੇ ਦੂਜਾ ਨਜੂਮੀਏ ਆਣ ਕੇ ਵੀ ਉਹਨੂੰ ਕਹਿ ਦਿੱਤਾ ਪਾਤਸ਼ਾਹ ਨੂੰ ਛੱਡ ਦੇ। ਜਹਾਂਗੀਰ ਸ਼ਾਹ ਨੇ ਆਪਣੇ ਵਜ਼ੀਰ ਨੂੰ ਕਿਹਾ ਕਿ ਜਾਓ ਜਾ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਕੱਢੋ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਜਾ ਕੇ ਜਦੋਂ ਸੁਨੇਹਾ ਲਿਆਣਾ, ਮਹਾਰਾਜ ਜੀ ਕਿਰਪਾ ਕਰੋ ਗਵਾਲੀਅਰ ਦੇ ਕਿਲੇ ਚੋਂ ਜੇਲ੍ਹ ਚੋਂ ਬਾਹਰ ਆਓ। ਮਹਾਰਾਜ ਕਹਿੰਦੇ ਅਸੀਂ ਨਹੀਂ ਆਉਂਦੇ, ਅਸੀਂ ਨਹੀਂ ਆਵਾਂਗੇ। ਪਾਤਸ਼ਾਹ ਜੀ ਮਹਾਰਾਜ ਕਿਉਂ? ਮਹਾਰਾਜ ਕਹਿੰਦੇ ਹੁਣ ਅਸੀਂ ਇਕੱਲੇ ਨਹੀਂ, ਸਾਡੇ ਨਾਲ ਆ ਜਿਹੜੇ ਰਾਜੇ ਵੀ ਅੰਦਰ ਬੈਠੇ ਨੇ 52, ਇਹਨਾਂ ਨੂੰ ਵੀ ਬਾਹਰ ਕੱਢੋ ਤੇ ਅਸੀਂ ਬਾਹਰ ਆਵਾਂਗੇ, ਨਹੀਂ ਤੇ ਨਹੀਂ ਆਵਾਂਗੇ। ਤੁਸੀਂ 40 ਦਿਨ ਦਾ ਕਹਿ ਕਰਕੇ ਕਈ ਮਹੀਨੇ ਕਈ ਸਾਲ ਬਾਅਦ ਛੱਡਿਆ, ਹੁਣ ਏਦਾਂ ਤੇ ਅਸੀਂ ਨਹੀਂ ਆਉਂਦੇ ਇਕੱਲੇ, ਨਾਲ ਇਹਨਾਂ ਨੂੰ ਵੀ ਲੈ ਕੇ ਆਵਾਂ। ਕਿਉਂਕਿ ਰਾਜੇ ਵਿਰਲਾਪ ਕਰਦੇ ਸਨ, ਪਾਤਸ਼ਾਹ ਜੀ ਸਾਨੂੰ ਛੱਡ ਕੇ ਨਾ ਜਾਓ, ਜੇ ਜਾਣਾ ਹੈ ਤੇ ਸਾਨੂੰ ਵੀ ਨਾਲ ਲੈ ਕੇ ਜਾਓ, ਸਾਨੂੰ ਬੰਦ ਰਿਹਾ ਕਰਵਾ ਦਿਓ ਇਸ ਜੇਲ੍ਹ ਦੇ ਵਿੱਚੋਂ। ਪਾਤਸ਼ਾਹ ਮਹਾਰਾਜ ਜੀ ਦਾ ਸੁਨੇਹਾ ਜਾ ਕਰਕੇ ਜਹਾਂਗੀਰ ਬਾਦਸ਼ਾਹ ਨੂੰ ਦਿੱਤਾ ਗਿਆ। ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਸਾਨੂੰ ਇਸ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜੇ ਵੀ ਛੱਡੋਗੇ ਤੇ ਅਸੀਂ ਤਾਂ ਆਵਾਂਗੇ। ਉਸ ਵੇਲੇ ਸਾਈਂ ਮੀਆਂ ਮੀਰ ਜੀ ਵੀ ਆਏ। ਸਾਈਂ ਮੀਆਂ ਮੀਰ ਜੀ ਗੁਰੂ ਘਰ ਦੇ ਨਾਲ ਬੜਾ ਜ਼ਿਆਦਾ ਅਥਾਹ ਪ੍ਰੇਮ ਹੈ, ਬੜੀ ਸ਼ਰਧਾ ਹੈ, ਭਾਵਨਾ ਹੈ ਉਹਨਾਂ ਦੀ ਜੁੜੀ ਹੋਈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਵੇਲੇ ਤੋਂ ਹੀ। ਇਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਪੱਥਰ ਰੱਖਿਆ ਸੀ। ਜਹਾਂਗੀਰ ਬਾਦਸ਼ਾਹ ਸਾਈਂ ਮੀਆਂ ਮੀਰ ਜੀ ਨੂੰ ਪੁੱਛਦਾ ਹੈ ਕੋਈ ਸੰਤ ਦੁਨੀਆ ਦੇ ਵਿੱਚ ਮਹਾਂਪੁਰਖ ਹੈ ਜਿਹੜਾ ਪੂਰਨ ਹੋਵੇ? ਆਂਦੇ ਪਿਆ ਸਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਜਿਨ੍ਹਾਂ ਨੂੰ ਤੂੰ ਸ਼ਹੀਦ ਕਰਵਾ ਦਿੱਤਾ। ਆਂਦੇ ਜੇ ਉਹ ਸੰਤ ਸਨ, ਮਹਾਂਪੁਰਖ ਸਨ, ਤੇ ਤੂੰ ਦੱਸਿਆ ਕਿਉਂ ਨਹੀਂ? ਆਂਦੇ ਤੂੰ ਸੌਂਦਾ ਕਿੱਥੇ ਸੀ ਉਦੋਂ? ਤੇਰੇ ਸਿਰ ਤੇ ਭੂਤ ਸਵਾਰ ਸੀ, ਗੁਰੂ ਨੂੰ ਸ਼ਹੀਦ ਕਰਵਾ ਦਿੱਤਾ। ਆਂਦੇ ਹੁਣ ਹੈ ਕੋਈ? ਆਂਦੇ ਹੈ, ਜਿਸ ਨੂੰ ਤੂੰ ਅੰਦਰ ਬੰਦ ਕਰਵਾਇਆ, ਜੇਲ੍ਹ ਦੇ ਵਿੱਚ ਪਵਾਇਆ। ਆਂਦੇ ਉਹ ਸੰਤ ਨੇ, ਮਹਾਂਪੁਰਖ ਨੇ, ਮੇਰੇ ਤੋਂ ਬੜੀ ਵੱਡੀ ਭੁੱਲ ਹੋ ਗਈ, ਮੈਂ ਉਹਨਾਂ ਨੂੰ ਕਿੱਦਾਂ ਮਾਫੀ ਮੰਗਾ। ਆਂਦੇ ਜੋ ਉਹ ਬਚਨ ਕਰਦੇ ਉਹਨਾਂ ਤੇ ਪੂਰਨ ਪਹਿਰਾ ਦੇ, ਜੋ ਕਹਿੰਦੇ ਉਦਾਂ ਕਰ। ਸਾਈਂ ਮੀਆਂ ਮੀਰ ਜੀ ਨੇ ਵੀ ਜਦੋਂ ਕਿਹਾ ਤੇ ਜਹਾਂਗੀਰ ਨੇ ਕਿਹਾ ਚਲੋ ਠੀਕ ਹੈ ਜੀ, ਮੈਂ 52 ਰਾਜਿਆਂ ਨੂੰ ਛੱਡ ਦੇਣਾ। ਆਂਦੇ ਪਰ ਮੇਰੀ ਵੀ ਇੱਕ ਸ਼ਰਤ ਹੈ। ਜਹਾਂਗੀਰ ਕਹਿੰਦਾ 52 ਰਾਜੇ ਤਾਂ ਬਾਹਰ ਆਉਣ ਜਿੰਨੇ ਜਿੰਨੇ ਗੁਰੂ ਦੇ ਚੋਲੇ ਦੀ ਕੰਨੀ ਫੜ ਲਈ ਉਹੋ ਹੀ ਬਾਹਰ ਆ ਸਕਦਾ, ਜੇ ਤੋਂ ਕੰਨੀ ਨਾ ਫੜੀ ਗਈ ਅੰਦਰ ਰਹੇਗਾ। ਕਿਉਂਕਿ ਜਹਾਂਗੀਰ ਨੂੰ ਇੱਕ ਗੱਲ ਦਾ ਡਰ ਸੀ, ਜੇਕੇ ਦਮ ਗੁਰੂ ਤੇ 52 ਰਾਜਿਆਂ ਨੂੰ ਛੱਡਦਾ ਲੋਕ ਮੇਰਾ ਵਿਦਰੋਹ ਕਰਨਗੇ। ਇਹ 52 ਰਾਜਿਆਂ ਨੂੰ ਐਵੇਂ ਅੰਦਰ ਪਾ ਛੱਡਿਆ, ਹੁਣ ਜਿਹੜਾ ਇੱਕੇ ਦਮ ਛੱਡ ਦਿੱਤਾ ਤੇ ਜੇ ਕੱਲ ਨੂੰ ਲੋਕ ਕਹਿਣਗੇ ਤੇ ਮੈਂ ਕਵਾਂਗਾ ਕਿ ਜਿਨ੍ਹਾਂ ਨੇ ਭਾਈ ਗੁਰੂ ਦੀ ਕੰਨੀ ਫੜੀ, ਗੁਰੂ ਦਾ ਪੱਲਾ ਫੜਿਆ, ਉਹ ਪਾਰ ਹੋ ਗਿਆ, ਬਾਕੀ ਜਿਨ੍ਹਾਂ ਨਹੀਂ ਫੜਿਆ ਉਹ ਰਹਿ ਗਿਆ। ਫਿਰ ਪਾਤਸ਼ਾਹ ਮਹਾਰਾਜ ਨੇ ਕਿਹਾ ਜੇ ਇਹਦੀ ਸਿਆਸਤ ਹੈ ਤੇ ਸਿਆਸਤ ਅਸੀਂ ਵੀ ਖੇਡਾਂਗੇ। ਪਾਤਸ਼ਾਹ ਨੇ ਸਿੱਖਾਂ ਨੂੰ ਕਹਿ ਕੇ ਭਾਈ ਜੇਠੇ ਨੂੰ 52 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਗਿਆ। ਉਹ ਗੁਰੂ ਪਾਤਸ਼ਾਹ ਮਹਾਰਾਜ ਨੂੰ ਗਵਾਲੀਅਰ ਦੇ ਜੇਲ੍ਹ ਦੇ ਅੰਦਰ ਜਾ ਕਰਕੇ ਦਿੱਤਾ ਗਿਆ। ਪਾਤਸ਼ਾਹ ਨੇ ਚੋਲਾ ਪਹਿਨਿਆ 52 ਕਲੀਆਂ ਵਾਲਾ, ਤੇ ਜਿੰਨੇ ਹੁਣ 52 ਹੀ ਰਾਜੇ ਅੰਦਰ ਬੰਦ ਕੀਤੇ ਸਨ, ਜਹਾਂਗੀਰ ਬਾਦਸ਼ਾਹ ਨੇ ਮਹਾਰਾਜ ਸਾਰਿਆਂ ਨੂੰ ਇੱਕ ਇੱਕ ਕੰਨੀ ਇਹਨਾਂ ਨੂੰ ਫੜਾ ਦਿੱਤੀ। ਇਹ 52 ਤੇ 52 ਰਾਜਿਆਂ ਨੂੰ 52 ਕਲੀਆਂ ਫੜਾ ਕਰਕੇ ਪਾਤਸ਼ਾਹ ਨੇ ਬਾਹਰ ਕੱਢਿਆ। ਜਦੋਂ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਨੂੰ ਬਾਹਰ ਕੱਢਿਆ, ਇਹ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਆਏ ਆ ਤੇ ਇਹਨਾਂ ਨੇ ਬੜਾ ਜ਼ਿਆਦਾ ਖੁਸ਼ ਹੋਏ। ਗੁਰੂ ਜੀ ਦਾ ਬੜਾ ਅਦਬ, ਗੁਰੂ ਪਾਤਸ਼ਾਹ ਦਾ ਬੜਾ ਸਤਿਕਾਰ ਕੀਤਾ, ਲੋਕਾਂ ਨੇ ਬੜੀਆਂ ਜ਼ਿਆਦੀਆਂ ਖੁਸ਼ੀਆਂ ਮਨਾਈਆਂ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨੀ ਢਹਿ ਕੇ ਆਪ ਆਇਆ। ਕਹਿੰਦੇ ਜਹਾਂਗੀਰ ਜਿਹੜਾ ਬਾਦਸ਼ਾਹ ਆਪ ਆਇਆ, ਮਹਾਰਾਜ ਜੀ ਮੇਰੇ ਤੋਂ ਭੁੱਲ ਹੋਈ, ਮੇਰੇ ਤੋਂ ਗਲਤੀ ਹੋਈ, ਪਾਤਸ਼ਾਹ ਜੀ ਮੈਨੂੰ ਮਾਫ ਕਰ ਦਿਓ। ਇਹਨੇ ਫਿਰ ਆਪਣੇ ਸਿਰ ਤੇ ਜਿਹੜੇ ਇਲਜ਼ਾਮ ਸਨ ਸਾਰੇ ਚੰਦੂ ਤੇ ਮੜ ਦਿੱਤੇ। ਮਹਾਰਾਜ ਜੀ ਮੇਰੀ ਇਹਦੇ ਵਿੱਚ ਕੋਈ ਗਲਤੀ ਨਹੀਂ, ਮੈਨੂੰ ਤਾਂ ਚੰਦੂ ਨੇ ਕਿਹਾ। ਤੇ ਗੁਰੂ ਪਾਤਸ਼ਾਹ ਮਹਾਰਾਜ ਜੇ ਸ਼ਹੀਦੀ ਹੁੰਦੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ, ਉਹ ਵੀ ਮੈਨੂੰ ਚੰਦੂ ਨੇ ਕਿਹਾ ਸੀ। ਪਾਤਸ਼ਾਹ ਮੇਰੀ ਕੋਈ ਗਲਤੀ ਨਹੀਂ, ਮੈਨੂੰ ਮਾਫ ਕਰ ਦਿਓ, ਮੈਂ ਜਾਣ ਗਿਆ ਤੁਸੀਂ ਪੂਰਨ ਸੰਤ ਜੇ, ਪੂਰਨ ਰੱਬ ਜੇ। ਮਹਾਰਾਜ ਜੋ ਹੁਕਮ ਕਰੋਗੇ, ਜੋ ਸਜ਼ਾ ਲਾਓਗੇ ਮੈਂ ਭੁਗਤਣ ਲਈ ਤਿਆਰ ਹਾਂ। ਪਾਤਸ਼ਾਹ ਕਹਿੰਦੇ ਅਸੀਂ ਵੀ ਜਾਣਦੇ ਆ ਜਹਾਂਗੀਰ ਬਾਦਸ਼ਾਹ ਤੇਰੀ ਕੋਈ ਗਲਤੀ ਨਹੀਂ, ਤੇਰੀ ਕੋਈ ਭੁੱਲ ਨਹੀਂ, ਸਾਰੀ ਚੰਦੂ ਦੀ ਹੈ। ਹੁਣ ਸਾਡਾ ਬਚਨ ਮੰਨ, ਹੁਕਮ ਮੰਨ, ਇਸ ਚੰਦੂ ਨੂੰ ਸਾਡੇ ਹਵਾਲੇ ਕਰ ਦੇ। ਇਹ ਚੰਦੂ ਜਿਹੜਾ ਤੇਰਾ ਦੀਵਾਨ ਹੈ ਸਾਡੇ ਹਵਾਲੇ ਦੇ ਵਿੱਚ ਆ ਜਾਣਾ ਚਾਹੀਦਾ ਹੈ। ਆਂਦੇ ਜਹਾਂਗੀਰ ਬਾਦਸ਼ਾਹ ਨੇ ਮਰਦਾ ਬਚਨ ਮੰਨਿਆ ਤੇ ਚੰਦੂ ਨੂੰ ਮਾਰ ਦੇ ਹਵਾਲੇ ਕਰ ਦਿੱਤਾ।
ਗੁਰੂ ਪਾਤਸ਼ਾਹ ਜਦੋਂ ਹਵਾਲੇ ਕਰ ਦਿੱਤਾ ਤੇ ਚੰਦੂ ਨੂੰ ਹੱਥਾਂ ਦੇ ਵਿੱਚ ਹੱਥ ਕੜੀਆਂ, ਪੈਰਾਂ ਦੇ ਵਿੱਚ ਬੇੜੀਆਂ ਪਾ ਕਰਕੇ ਆਂਦੇ ਤੋੜ ਕਰਕੇ ਅੰਮ੍ਰਿਤਸਰ ਲੈ ਕਰਕੇ ਗਏ ਬਾਜ਼ਾਰਾਂ ਦੇ ਵਿੱਚ। ਆਂਦੇ ਉੱਥੋਂ ਹੀ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਦੋਂ ਫਿਰ ਅੰਮ੍ਰਿਤਸਰ ਸਾਹਿਬ ਪਹੁੰਚਦੇ ਨੇ, ਅੱਜ ਦੇ ਦਿਨ ਗੁਰੂ ਪਾਤਸ਼ਾਹ ਮਹਾਰਾਜ ਜੀ ਤੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਮਾਤਾ ਗੰਗਾ ਜੀ ਉਹਨਾਂ ਨੇ ਬੜੀਆਂ ਜ਼ਿਆਦੀਆਂ ਖੁਸ਼ੀਆਂ ਮਨਵਾਈਆਂ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਦੀਪਮਾਲਾ ਕੀਤੀ ਗਈ। ਦੇਸੀ ਘਿਓ ਦੇ ਦੀਵੇ ਜਲਾਏ ਗਏ ਤੇ ਸਿੱਖ ਸੰਗਤਾਂ ਨੇ ਬੰਦੀ ਛੋੜ ਦਿਵਸ ਆਂਦੇ ਉਦਨ ਵੀ ਦੀਵਾਲੀ ਵਾਲਾ ਜਿਹੜਾ ਦਿਨ ਸੀ, ਕਿਉਂਕਿ ਦੀਵਾਲੀ ਪਹਿਲਾਂ ਆਰੰਭ ਹੋਈ ਹੈ, ਕਿਉਂਕਿ ਸ਼੍ਰੀ ਰਾਮ ਚੰਦਰ ਜੀ ਪਹਿਲਾਂ ਬਨਵਾਸ ਕੱਟ ਕਰਕੇ ਉਹ ਪਹੁੰਚੇ ਸਨ। ਆਂਦੇ ਉਸੇ ਦਿਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੇ ਐ। ਸਿੱਖ ਸੰਗਤਾਂ ਬੜੀਆਂ ਜ਼ਿਆਦੀਆਂ ਖੁਸ਼ੀਆਂ ਮਨਾਉਂਦੀਆਂ ਨੇ, ਦੇਸੀ ਘਿਓ ਦੇ ਦੀਵੇ ਜਗਾਉਂਦੀਆਂ, ਜੋਤਾਂ ਜਗਾਉਂਦੀਆਂ ਨੇ ਤੇ ਗੁਰੂ ਅੰਮ੍ਰਿਤਸਰ ਸਾਹਿਬ ਪਹੁੰਚਦੇ। ਤੇ ਅੱਜ ਦਾ ਦਿਨ ਬੰਦੀ ਛੋੜ ਦਿਵਸ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਧਰਤੀ ਤੇ ਬੜੀ ਚੜ੍ਹਦੀ ਕਲਾ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ, ਜਿਹਦੇ ਵਿੱਚ ਲੱਖਾਂ ਹਜ਼ਾਰਾਂ ਸਿੱਖ ਸੰਗਤਾਂ ਪਹੁੰਚ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਖੁਸ਼ੀ ਪ੍ਰਾਪਤ ਕਰਦੀਆਂ। ਫਿਰ ਕੁਝ ਕੁ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਰਹਿ ਕਰਕੇ ਨਾ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਲਾਹੌਰ ਜਾਂਦੇ ਆ ਤੇ ਚੰਦੂ ਨੂੰ ਵੀ ਨਾਲ ਖੜਦੇ ਆ। ਜਿਸ ਗਲੀਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਸ ਥਾਂ ਦੇ ਉੱਤੇ ਸ਼ਹੀਦ ਕਰਵਾਇਆ ਗਿਆ ਸੀ ਨਾ ਲਾਹੌਰ ਦੇ ਵਿੱਚ, ਆਂਦੇ ਉਸੇ ਗਲੀਆਂ ਦੇ ਵਿੱਚ ਚੰਦੂ ਨੂੰ ਬੰਦੀ ਬਣਾ ਕਰਕੇ ਫੇਰਿਆ ਗਿਆ। ਤੇ ਫਿਰ ਜਿਸ ਪਠਿਆਰੇ ਨੂੰ ਹੁਕਮ ਕੀਤਾ ਗਿਆ ਸੀ ਚੰਦੂ ਵੱਲੋਂ ਕਿ ਗੁਰੂ ਦੇ ਸਿਰ ਦੇ ਉੱਪਰ ਤੱਤੀ ਤੱਤੀ ਰੇਤਾ ਤੂੰ ਪਾਉਣੀ ਆ ਪਠਿਆਰੇ ਨੂੰ, ਆਂਦੇ ਉਹ ਪਠਿਆਰਾ ਅੱਜ ਵੀ ਉਹ ਜਿਉਂਦਾ। ਤੇ ਆਂਦੇ ਉਸ ਪਠਿਆਰੇ ਨੇ ਜਦੋਂ ਵੇਖਿਆ ਕਿ ਇਸ ਚੰਦੂ ਨੇ ਮੇਰੇ ਕੋਲੋਂ ਪਾਪ ਕਰਵਾਇਆ, ਮੇਰੇ ਕੋਲ ਗੁਨਾਹ ਕਰਵਾਇਆ ਹੈ, ਆਂਦੇ ਉਸ ਚੰਦੂ ਦੇ ਸਿਰ ਦੇ ਵਿੱਚ ਉਸੇ ਹੀ ਪਠਿਆਰੇ ਨੇ ਉਹੋ ਹੀ ਕੜਛਾ ਲੈ ਕਰਕੇ ਸਿਰ ਦੇ ਵਿੱਚ ਮਾਰ ਕਰਕੇ ਚੰਦੂ ਦੀ ਮੌਤ ਹੋ ਗਈ। ਚੰਦੂ ਉੱਥੇ ਮਾਰਿਆ ਗਿਆ, ਚੰਦੂ ਨੂੰ ਖਤਮ ਕਰ ਦਿੱਤਾ ਗਿਆ। ਤੇ ਇਸ ਤਰ੍ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਿਤਾ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਆਂਦੇ ਇਸ ਆਪਣੇ ਪਿਤਾ ਦਾ ਬਦਲਾ ਲਿਆ ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ 52 ਰਾਜਿਆਂ ਰਿਹਾ ਕਰਵਾਉਂਦੇ ਹੋਏ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਪਹੁੰਚਦੇ ਨੇ। ਸਿੱਖ ਸੰਗਤਾਂ ਬੜੀਆਂ ਖੁਸ਼ੀਆਂ ਮਨਾਉਂਦੀਆਂ ਨੇ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਬੰਦੀ ਛੋੜ ਦਿਵਸ ਇਸ ਕਰਕੇ ਆਪਣੇ ਧਰਮ ਦੇ ਵਿੱਚ, ਸਿੱਖ ਧਰਮ ਦੇ ਵਿੱਚ ਮਨਾਇਆ ਜਾਂਦਾ ਹੈ। ਸੋ ਆਪ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਗੁਰੂ ਹਰਗੋਬਿੰਦ ਪਾਤਸ਼ਾਹ ਕਿਰਪਾ ਕਰਨ, ਸਾਨੂੰ ਵੀ ਬੰਧਨਾਂ ਤੋਂ ਮੁਕਤ ਕਰਨ, ਸਾਨੂੰ ਵੀ ਵਿਕਾਰਾਂ ਤੋਂ ਮੁਕਤ ਕਰਨ, ਜਿਸ ਕਰਕੇ ਸਾਡਾ ਜੀਵਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮੁਕਤ ਕਰਨ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਓਡੀਨਾ। ਸਤਿਗੁਰੂ ਪਾਤਸ਼ਾਹ ਜੀ ਬੰਦੀ ਛੋੜ ਨੇ, ਜਿਨ੍ਹਾਂ ਨੇ ਇਹ ਕਿਰਪਾ ਕਰਕੇ ਇਹ ਦਿਨ, ਇਹ ਧਰਮ ਸਤਿਗੁਰੂ